जी ਲੁਧਿਆਣਾ ਦੇਖ ਦੇ ਦਰਸ਼ਕਾਂ ਦਾ ਸਵਾਗਤ ਹੈ। ਸੋ ਜੁੜ ਚੁੱਕੇ ਹੋ ਤੁਸੀਂ ਇਸ ਵੇਲੇ ਅਸੀਂ ਮੌਜੂਦ ਹਾਂ ਦੀਪ ਸਿੱਧੂ ਦੇ ਘਰ। ਬੇहद ਮੰਦਭਾਗੀ ਹੈ ਜੋ ਖਬਰ ਬੀਤੀ ਰਾਤ ਸਾਹਮਣੇ ਆਈ ਸੀ, ਜਿਸਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਵੱਡਾ ਜਿਹੜਾ ਝਟਕਾ ਹੈ ਪੰਜਾਬੀ ਇੰਡਸਟਰੀ ਨੂੰ ਲੱਗਿਆ ਸੀ। ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੀਪ ਸਿੱਧੂ, ਪੰਜਾਬ ਦੇ ਨੌਜਵਾਨਾਂ ਦੇ ਦਿਲਾਂ 'ਤੇ ਜੋ ਰਾਜ ਕਰਦਾ ਸੀ ਦੀਪ ਸਿੱਧੂ, ਜੋ ਇਸ ਫਾਨੀ ਦੁਨੀਆ ਨੂੰ ਹੁਣ ਅਲਵਿਦਾ ਆਖ ਚੁੱਕਿਆ ਹੈ। ਉਸਦੇ ਘਰ ਦੀਆਂ ਜੋ ਐਕਸਕਲੂਸਿਵ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਹਲਕੇ ਬੁਲਟਨ ਜਿਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਲਾਕਾਰ ਸੀ ਜੋ ਦੀਪ ਸਿੱਧੂ ਦੇ ਦੋਸਤ ਜੋ ਇਸ ਵੇਲੇ ਬਹੁਤ ਜ਼ਿਆਦਾ ਭਾਵੁਕ ਨੇ। ਦੀਪ ਸਿੱਧੂ ਦਾ ਕਲੋਜ਼ ਦੋਸਤ ਜੋ ਲੱਖਾ ਸਿਧਾਣਾ, ਉਹ ਬਹੁਤ ਜ਼ਿਆਦਾ ਭਾਵੁਕ ਹੈ। ਜੋ ਦੀਪ ਸਿੱਧੂ ਨੂੰ ਆਪਣੀ ਸੱਜੀ ਬਾਂਹ ਸਮਝਦਾ ਸੀ। ਜੋ ਮੇਰਾ ਦੋਸਤ ਨਹੀਂ ਹੈ, ਸਿਰਫ ਦੋਸਤ ਨਹੀਂ ਹੈ, ਕਹਿੰਦਾ ਸੀ ਕਿ ਮੇਰੀ ਬਾਂਹ ਹੈ, ਪਰ ਉਹਦੇ ਜਾਣ ਲੱਗ ਰਿਹਾ ਕਿ ਮੇਰੀ ਬਾਂਹ ਹੈ ਜੋ ਭਾਵੁਕ ਹੋਏ ਨੇ ਦੋਸਤ। ਇੱਕ ਘਰ ਦਾ ਮਾਹੌਲ ਹੈ ਜਿਸ ਵੇਲੇ ਤੁਸੀਂ ਦੇਖ ਰਹੇ ਹੋ। ਘਰ ਦੇ ਵਿੱਚ ਸੋਗ ਦੀ ਲਹਿਰ ਹੈ, ਮਾਤਮ ਛਾਇਆ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਇਹ ਪਤਾ ਲੱਗਾ ਹੈ ਕਿ ਦੀਪ ਸਿੱਧੂ ਦੇ ਘਰ 20 ਤਰੀਕ ਨੂੰ ਕੋਈ ਪ੍ਰੋਗਰਾਮ ਹੋਣਾ ਸੀ। ਰਿਸ਼ਤੇਦਾਰ ਘਰ ਦੇ ਵਿੱਚ ਕੋਈ ਸੀ, ਪਰ ਕੌਣ ਲੱਗਦੇ ਹੋ ਤੁਸੀਂ? ਅਸੀਂ ਭਰਾਈ ਜਾਂਦੇ ਛੋਟੇ ਜਿਹੇ ਇੱਥੇ ਰਹਿੰਦੇ ਸੀ। ਰਿਸ਼ਤਾ ਕੀ ਹੈ ਤੁਹਾਡਾ ਉਹਨਾਂ ਦੇ ਨਾਲ? ਸਾਡਾ ਤਾਂ ਉਹਨਾਂ ਬਹੁਤ ਕਰੀਬੀ ਰਿਸ਼ਤਾ ਜੀ, ਛੋਟੇ ਭਰਾ ਉਹਨਾਂ ਦੇ। ਕੁਛ ਪਤਾ ਲੱਗਾ ਵੀ ਮਤਲਬ ਕਿਵੇਂ ਹੋਇਆ ਸੀ ਹਾਦਸਾ? ਨਹੀਂ ਜੀ, ਸਾਨੂੰ ਤਾਂ ਕੱਲ੍ਹ ਪਤਾ ਲੱਗਿਆ ਵੀ ਇੱਦਾਂ ਇੱਕ ਭਰਾ ਦੀ ਬੜੀ ਸੁਣ ਕੇ ਬਾਅਦ ਕੁਛ ਕਹਿ ਨਹੀਂ ਹੋ ਰਿਹਾ, ਬਹੁਤ ਮਾੜਾ ਹੋਇਆ। ਕਿੱਥੋਂ ਆ ਰਹੀ ਸੀ ਦੀਪ ਸਿੱਧੂ? ਕਹਿੰਦੇ ਮੇਰਾ ਦਿੱਲੀ ਸੀਗੇ, ਉੱਥੋਂ ਆ ਰਹੀ ਸੀਗੀ ਰਾਤੀ ਤਕਰੀਬਨ। ਤੇ ਸੁਣ ਕੇ ਖਬਰ ਬਸ ਸਾਰੇ ਪਾਗਲ ਜੀ ਹੋ ਗਏ, ਸੁਣ ਕੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ। ਕੌਣ ਮੌਜੂਦ ਸੀਗਾ ਗੱਡੀ ਦੇ ਵਿੱਚ? ਨਾਲ ਫਰੈਂਡ ਸੀਗੇ ਜਿਹੜੇ ਜੀ। ਕਿੰਨੇ ਕੁ ਦੋਸਤ ਸੀਗੇ? ਸਾਰੇ ਕਲੀਨ ਕੋਈ ਮਹਿਲਾ ਦੋਸਤ ਸੀ मैम ਬਾਕੀ ਹੁਣ ਵੀਰੇ ਵੀ ਆ ਰਹੇ ਨਾਲ ਦੇ। मैडम मैडम मैं फ्री ਚਿੰਤਨ ਕਰ ਗਿਆ ਦੀਪ ਸਿੱਧੂ ਇੱਕ ਉਹ ਕਲਾਕਾਰ ਸੀ ਜੋ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਸੀ, ਪਰ ਉਸ ਦੀ ਹੋਂਦ ਨੇ ਨਾ ਸਿਰਫ ਇੱਕ ਇੰਡਸਟਰੀ ਨੂੰ ਹਿਲਾ ਕੇ ਰੱਖਿਆ ਹੈ, ਬਲਕਿ ਪੰਜਾਬ ਦਾ ਪਿੱਛਾ ਬੱਚਾ ਹੈ ਜੋ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ, ਕਿਸੇ ਨੂੰ ਵੀ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਪਾ ਰਿਹਾ ਹੈ। ਘਰ ਦੇ ਵਿੱਚ ਇਸ ਵੇਲੇ ਮੌਜੂਦ ਆ ਦੀਪ ਸਿੱਧੂ ਦੇ। ਜੀ, ਕੀ ਰਿਸ਼ਤਾ ਹੈ ਤੁਹਾਡਾ ਦੀਪ ਸਿੱਧੂ ਦੇ ਨਾਲ? जी जी भाई जी मेरे ਕੁਝ ਪਤਾ ਲੱਗਾ ਹਾਦਸਾ ਕਿਵੇਂ ਹੋਇਆ, ਕਿਵੇਂ ਐਕਸੀਡੈਂਟ ਜਿਹੜਾ ਹੋਇਆ ਸੀ? देखो जी जो ਹੁਣ तक ਐਡਮਿਨਿਸਟ੍ਰੇਸ਼ਨ ਵੱਲੋਂ ਦੱਸੀ ਗਈ ਗੱਲ ਉਹ ਐਕਸੀਡੈਂਟ ਹੀ ਦੱਸਿਆ ਗਿਆ ਸੀ ਰਾਤ ਤੱਕ ਤੋਂ। ਤੇ ਬਟ ਹੁਣ ਉੱਥੇ ਦੇ ਆਫੀਸ਼ੀਅਲਸ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਵੀ ਟਰੱਕ ਚੱਲਦਾ ਰੁਕਿਆ ਸੀ। ਤੇ ਜੋ ਉੱਥੇ ਤਮਾਮ ਗਵਾਹ ਮੌਜੂਦ ਸਨ ਉਹਨਾਂ ਵੱਲੋਂ ਇਹ ਸ਼ੰਕਾ ਪ੍ਰਗਟਾਈ ਗਈ ਕਿ ਟਰੱਕ ਨੂੰ ਨਾ ਕੋਈ ਟਾਇਰ ਦੀ ਪ੍ਰੋਬਲਮ ਸੀ, ਨਾ ਕੋਈ ਟੈਕਨੀਕਲ ਪ੍ਰੋਬਲਮ ਸੀ, ਸਟਿਲ ਇੱਕਦਮ ਬ੍ਰੇਕ ਮਾਰੇਗੇ। ਸੋ ਸ਼ੰਕਾ ਜ਼ਰੂਰ ਪੈਦਾ ਹੁੰਦੀ ਹੈ। ਕਿਸ ਚੀਜ਼ ਦਾ ਮਤਲਬ ਸ਼ੱਕ ਤੁਹਾਨੂੰ ਲੱਗ ਰਿਹਾ ਹੈ ਇੱਥੇ ਜੋ ਮਾਹੌਲ ਇਸ ਵੇਲੇ ਸਾਹਮਣੇ ਆ ਰਿਹਾ? ਦੇਖੋ ਜੀ
ਜੋ ਉੱਥੋਂ ਦੇ ਗਵਾਹਾਂ ਦੇ ਹਿਸਾਬ ਨਾਲ ਇੱਕ ਸਾਜ਼ਿਸ਼ ਹੀ ਹੈ। ਸੋ ਅਸੀਂ ਤਾਂ ਸਾਰਾ ਪਰਿਵਾਰ ਇੱਕ ਨਿਰਪੱਖ ਜਾਂਚ ਦੀ ਮੰਗ ਕਰਾਂਗੇ ਜੋ ਕਿ ਪੋਲੀਟੀਕਲੀ ਮੋਟੀਵੇਟਡ ਨਾ ਹੋਵੇ, ਤਾਂ ਜੋ ਸੱਚ ਸਾਹਮਣੇ ਆ ਜਾਵੇ। ਗੱਡੀ ਦੇ ਵਿੱਚ ਨਾਲ ਕੌਣ ਮੌਜੂਦ ਸੀ? ਉਹਦੀ ਨਾਲ ਦੀਪ ਬਾਈ ਦੇ 2 ਜਣੇ ਸਨ। ਉਹ ਕੰਡਕਟਰ ਸਾਈਡ ਬੈਠੇ ਸਨ, ਦੂਸਰੀ ਸਾਈਡ ਦੀਪ ਬਾਈ ਚਲਾ ਰਹੇ ਸਨ। ਜਦੋਂ ਉਹਨਾਂ ਨੂੰ ਟਰੱਕ ਦੇ ਕੰਟੇਨਰ ਦੇ ਮਗਰ ਕੋਈ ਰਿਫਲੈਕਟਰ ਨਹੀਂ ਲੱਗੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੈਫਟ ਸਾਈਡ ਕੱਟਣ ਦੀ ਕਾਰ, ਬਟ ਸਟਿਲ ਡਰਾਈਵਰ ਸਾਈਡ ਵੱਜ ਗਈ ਵਿੱਚ। ਪ੍ਰਦੀਪ ਵੀਰੇ ਦਾ ਜੋ ਦੋਸਤ ਆ ਸੁਖ ਜਗਰਾਉਂ, ਉਹ ਕਹਿੰਦਾ ਕਿ ਦੀਪ ਬਾਈ ਨੂੰ ਤਾਂ ਗੱਡੀ ਚਲਾਉਣੀ ਡਰਾਈਵਿੰਗ ਨਹੀਂ ਆਉਂਦੀ ਸੀ। ਮੈਂ ਬਿਆਨ ਵਜੋਂ ਸੁਣਿਆ ਨਹੀਂ, ਬਟ ਡਰਾਈਵਿੰਗ ਆਉਂਦੀ ਸੀ ਕਿਉਂਕਿ ਮੈਂ ਉਹਨੂੰ ਡਰਾਈਵ ਕਰਦੇ ਦੇਖਿਆ, ਬਟ ਮੈਂ ਇਹੋ ਜਿਹਾ ਬਿਆਨ ਕੋਈ ਸੁਣਿਆ ਨਹੀਂ ਹੈਗਾ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੱਡੀ 'ਚ 2 ਜਣ ਹੋਰ ਵੀ ਮੌਜੂਦ ਸੀ, ਤੇ ਉਹ ਇਸ ਵੇਲੇ ਉਹਨਾਂ ਦੀ ਕੰਡੀਸ਼ਨ ਕੀ ਹੈ? ਜੀ ਜਿਵੇਂ ਮੈਂ ਦੱਸਿਆ ਵੀ ਡਰਾਈਵਰ ਸਾਈਡ ਵੱਜੀ ਹੈ, ਸੋ ਉਧਰਲੇ ਕੰਡਕਟਰ ਸਾਈਡ ਨੂੰ ਵੀ ਜ਼ਿਆਦਾ ਨੁਕਸਾਨ ਇੰਨਾ ਨਹੀਂ ਆਇਆ ਸੀ, ਸੋ ਉਹਨਾਂ ਨੂੰ ਮਾਮੂਲੀ ਚੋਟਾਂ ਹਨ। ਜੋ ਉਹਨਾਂ ਦੀ ਮਹਿਲਾ ਮਿੱਤਰ ਹੈ, ਉਹਨਾਂ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ, ਉਹਨਾਂ ਦੀ ਹਾਲਤ ਕੀ ਹੈ ਇਸ ਵੇਲੇ? ਦੇਖੋ ਜੀ, ਮੈਂ ਦਰਅਸਲ ਦੇਖਿਆ ਸੀਗਾ ਉਹਨਾਂ ਨੂੰ, ਠੀਕ ਉਹਨਾਂ ਦੇ ਮਾਮੂਲੀ ਸੱਟਾਂ ਹਨ, ਜ਼ਿਆਦਾ ਚੋਟਾਂ। ਦੀਪ ਵੀਰੇ ਦੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵਿੱਚ ਕੌਣ ਕੌਣ ਹੈ? ਦੀਪ ਬਾਈ ਉਹਦੇ 3 ਬ੍ਰਦਰ ਨੇ, ਇੱਥੇ ਉਹਨਾਂ ਦੇ ਛੋਟੇ ਬ੍ਰਦਰ ਮਨਦੀਪ ਸਿੱਧੂ ਅਤੇ ਉਹਨਾਂ ਦੇ ਮਦਰ, ਅਤੇ ਮਨਦੀਪ ਸਿੱਧੂ ਵੀਰ ਦੇ ਵਾਈਫ ਅਤੇ 2 ਬੱਚੇ ਹਨ, ਇੱਥੇ ਰਹਿੰਦੇ ਹਨ। ਇਸ ਵੇਲੇ ਘਰ ਦੇ ਵਿੱਚ ਕਿੱਦਾਂ ਦਾ ਹੈ? ਮਤਲਬ ਪਰਿਵਾਰ ਨੂੰ ਤਾਂ ਬਹੁਤ ਦੁੱਖ ਦੀ ਇੱਕਦਮ ਝਟਕਾ ਲੱਗਿਆ ਵਾ, ਬਹੁਤ ਸੋਗ ਦਾ ਹੈ ਜੋ ਮਾਹੌਲ ਇਸ ਵੇਲੇ। ਦੇਖੋ ਜੀ, ਸਭ ਤੋਂ ਵੱਡਾ ਜ਼ਿੰਦਗੀ ਦਾ ਦੁੱਖ ਹੁੰਦਾ ਹੈ ਜੀ, ਇੱਕ ਮਾਂ ਦੇ ਹੁੰਦੇ, ਪਿਓ ਦੇ ਹੁੰਦੇ ਜੀ, ਜਵਾਨ ਪੁੱਤਰ ਦਾ ਤੁਰਨਾ। ਸਾਡੇ ਦੀਪ ਸਿੱਧੂ ਬਾਈ ਦੇ ਫਾਦਰ ਸਾਹਿਬ ਕੁਝ ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਸਦਮਾ ਹੈ ਜੀ, ਧੱਕਾ ਲੱਗਿਆ। ਯਕੀਨ ਕਰਨਾ ਬੜਾ ਮੁਸ਼ਕਿਲ ਸੀ, ਬਟ ਰੱਬ ਦਾ ਭਾਣਾ ਮੰਨਣਾ ਪਿਆ ਸਾਨੂੰ। ਔਖਾ ਹੈ ਜੀ ਟਾਈਮ ਕੱਢਣਾ, ਬਟ ਪਰਮਾਤਮਾ ਦੇ ਰੰਗਾਂ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ। ਅੰਤਿਮ ਵਿਦਾਈ ਕਦੋਂ ਦਿੱਤੀ ਜਾਵੇ? ਅੱਜ ਜਿਵੇਂ ਕਿ ਉਹ ਤੋਂ ਪੋਸਟਮਾਰਟਮ ਹੋ ਚੁੱਕਾ ਸੀ, ਅਤੇ ਉਹ ਆ ਰਹੇ ਨੇ ਰਸਤੇ ਵਿੱਚ, ਅਤੇ ਸ਼ਾਮ ਨੂੰ 5 ਵਜੇ ਦੇ ਤਕਰੀਬਨ ਤਰੀਕੇ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਸੋ ਇਹ ਉਹਨਾਂ ਦੇ ਕਜ਼ਨ ਭਰਾ ਸਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੈ ਜਿਹੜਾ ਸਾਜ਼ਿਸ਼ ਦਾ ਖਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਹੈ, ਪਰ ਐਕਚੁਅਲ ਦੇ ਵਿੱਚ ਉਸ ਵੇਲੇ ਕੀ ਹੋਇਆ ਸੀ ਉਹ ਖੁੱਲ੍ਹ ਕੇ ਹਾਲੇ ਸਾਹਮਣੇ ਨਹੀਂ ਆਇਆ ਹੈ। ਪਰਿਵਾਰ ਦੇ ਵਿੱਚ ਜਿਹੜਾ ਸੋਗ ਛਾਇਆ ਹੋਇਆ ਹੈ, ਨਿੱਕੇ ਨਿੱਕੇ ਦੀਪ ਬਾਈ ਦੇ ਬੱਚੇ ਵੀ ਸਨ, ਪਰਿਵਾਰ ਦਾ ਬਹੁਤ ਮਾੜਾ ਹਾਲ ਹੈ। ਉਹ ਹਸਪੀਟਲ ਦੇ ਸੀਰੀਅਸ ਨੇ। ਕੌਣ ਸੀ ਨਾਲ? ਫੀਮੇਲ ਸੀਗੇ ਨਾ, ਫੀਮੇਲ ਦੋਸਤ ਸੀ ਉਹਨਾਂ ਦੇ, ਅਤੇ ਇੱਕ ਨਾਲ ਵੀਰਾ ਸੀਗਾ, ਔਰ ਉਹਨਾਂ ਦੀ ਵੀ ਡੈਥ ਹੋ ਗਈ ਹੈ। ਅਤੇ ਉਹਨਾਂ ਦਾ ਕੀ ਕਹਿਣਾ ਇਸ ਵੇਲੇ, ਕੀ ਬਿਆਨ ਆ ਰਹੇ ਨੇ? ਹਲੇ ਕੁਛ ਨਹੀਂ ਕਲੀਅਰ ਹੋ ਰਹੀ, ਹਲੇ ਆਉਣਗੇ ਫੇਰ ਪਤਾ ਲੱਗੂਗਾ। ਸੋ ਅੰਦਰ ਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ। ਸਾਰਿਆਂ ਨੇ ਵੇਖਿਆ ਜੀ ਰਾਤ ਦਾ ਟਰੱਕ ਨੂੰ ਦੇਖ बड़ा कुछ सारा
ਅੰਬਾਲਾ ਟੱਪ ਲਿਆ। खड़े ना ला लो भाई मैडम माइक ऑन कर दी सिद्धू दे मास्टर जी ने जिन्होंने नाल गलबात कर रहे हैं हाँ मेरे नेड़े रहो जी फिर आप परिवार दे विच एक बंदे ने की पाई मैं अपने मैंबर ने जी और कोई ज़्यादा बंदे तो है नहीं जी 15 मैंबर ने माँ है 2 भरा ने मां दा इस वेले की हाल है क्योंकि एक मां दे लिए बड़ा बड़ा सदमा है इस माँ का जवान पुत और होनहार पुत जिन्हों दुनिया जानती होवे वो दुनिया तो चला जाए उस माँ का की हाल होगा तुसीं आप ही इमेजिन ला सकते हो माँ को कोई पता नहीं मैं कित्थे हाँ कित्थे नहीं इस टाइम वो पई दवाई दे के पाई हुई है जे मालक करे तो नहीं उम्र बढ़ जाए सोशल एक्टिविटीज़ ਦੇ ਵਿੱਚ ਵੀ ਅਕਸਰ ਦੀਪ ਸਿੱਧੂ ਨੂੰ ਹੈ ਜੋ ਦੇਖਿਆ ਜਾਂਦਾ ਸੀ ਹਰ ਪਾਸੇ ਉਹ ਸੁਰਖੀਆਂ ਦੇ ਵਿੱਚ ਰਹਿੰਦੇ ਸੀ ਇਹਦੇ बिल्कुल सुर्खियां ने एक सुलझिया आदमी सीगा एक चोटी का वकील सीगा वो हर तरह की उन्हें विच मतलब क्वालिटी सी हर चीज़ का जोड़ा कोई क्वेश्चन करदा प्रॉपर जवाब दिंदा सी तां ही वो सुर्खियां च रहिंदा सीगा ਪਰ ਬਦਨਾਮ ਕਰਨ ਦੀ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾਂਦੀ ਸੀ ਉਸ ਨੂੰ ਦੋਸ਼ ਲਾ ਰਹੇ 16 ਕਲਾ कोई संपूर्ण नहीं हुंदा जिस बंदे की बदनामी हुंदी है उस बंदे के चंगे काम नहीं हुंदे दोवें काम ही हुंदे ਪਰ ਹੁਣ ਤੁਸੀਂ ਮਾਸਟਰ ਉਹਨਾਂ ਦੇ ਰਿਸ਼ਤਾ ਵਾ ਤੁਹਾਡਾ ਉਹਨਾਂ ਦੇ ਨਾਲ ਕਿਵੇਂ ਦੇਖਦੇ ਹੋ मास्टर मैं मास्टर हाँ और मैं उनके नाल उनके बाप वाला सलूक निभाया और साडा परिवार एक ही है पिता जी हुण पिछे डेथ हुई है पिता जी उन्हें एडवोकेट सीगे उन्होंने पिता जी डेथ मेरा ख्याल 14 च हुई है 2014 च हुई है ਪਿਤਾ ਦੀ ना death ਤੋਂ ਬਾਅਦ 2014 च नहीं जी 2015 च हुई है ਤੇ ਪਿਤਾ ਦੀ death ਉਹਦਾ ਤੋਂ ਬਾਅਦ ਵਿਆਹ ਕੀਤਾ ਫਿਰ ਆਪਾਂ 14 ਚ ਘਰ ਹੈ ਜੋ ਉਸ ਦੀਪ ਤੋਂ ਬਾਅਦ ਸਿੱਧੂ ਹੀ ਸਾਂਭਦੇ ਸੀਗੇ ਹਾਂ ਦੀਪ ਸਿੱਧੂ ਘਰ 'ਚ ਵੱਡਾ ਸੀਗਾ ਪਰਿਵਾਰ ਦਾ ਮਾਲਕ ਸੀਗਾ ਪਰਿਵਾਰ ਦਾ ਮੁਖੀ ਸੀਗਾ ਉਹੀ ਸਾਹਮਣੇ ਸਾਰਾ ਕੁਝ ਪਰਿਵਾਰ 'ਚ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਕੋਈ ਕਮੀ ਤਾਂ ਹੈ ਨਹੀਂ ਪਰਿਵਾਰ 'ਚ ਪਰ ਕਈ ਤਰ੍ਹਾਂ ਦੇ ਦੋਸ਼ ਵੀ ਉਹਨਾਂ ਤੇ ਲੱਗੇ ਸੀ ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਉਹਨਾਂ ਨੂੰ ਬਹੁਤ ਟਾਰਗੇਟ ਕੀਤਾ ਗਿਆ ਸੀ ਟਾਰਗੇਟ ਕੀਤਾ ਹੈ ਸੱਚਾਈ ਬੋਲਣ ਵਾਲਾ ਬੰਦਾ ਹਮੇਸ਼ਾ ਟਾਰਗੇਟ ਹੁੰਦਾ ਕਿਸਾਨੀ ਦੇ ਅੰਦੋਲਨ ਨੂੰ ਇੱਥੋਂ ਤੱਕ ਲੈ ਕੇ ਜਾਣਾ ਯੂਥ ਦਾ ਕੰਮ ਹੈ ਯੂਥ ਦਾ ਆਗੂ ਸੀ ਉਹ ਯੂਥ ਦੇ ਆਗੂ ਸੀਗੇ ਜਿਹੜੇ 3-4 ਮੈਂਬਰ ਸੀਗੇ ਯੂਥ ਦੇ ਆਗੂ ਇਹਨਾਂ ਨੇ ਯੂਥ ਇਕੱਠਾ ਕਰਕੇ ਕਿਸਾਨੀ ਸੰਘਰਸ਼ ਨੂੰ ਬਲ ਦਿੱਤਾ ਤਕੜਾ ਕੀਤਾ ਜਿਹੜਾ ਅੱਜ ਅਸੀਂ ਜਿੱਤ ਕੇ ਬੈਠੇ ਹਾਂ ਕਿ ਅੱਜ ਉਹਨਾਂ ਦੀ ਮੌਤ ਦਾ ਅਚਾਨਕ ਹੋ ਜਾਣਾ ਇਸ ਚੀਜ਼ ਤੋਂ ਤੁਹਾਨੂੰ ਕੀ ਲੱਗਦਾ ਕਿ ਦੇਖੋ ਜੀ ਮੌਤ ਦਾ ਅਚਾਨਕ ਹੋ ਜਾਣਾ ਜਿਵੇਂ ਤੁਸੀਂ ਦੇਖ ਰਹੇ ਹੋ ਪਰਿਵਾਰ ਦਾ ਤਾਂ ਲੱਕ ਟੁੱਟ ਗਿਆ ਪਰਿਵਾਰ ਨੂੰ ਪਤਾ ਨਹੀਂ ਲੱਕ ਟੁੱਟੇ ਤੋਂ ਬਾਅਦ ਕਦੋਂ ਖੜਾ ਹੋਵੇਗਾ ਕਿੰਨਾ ਟਾਈਮ ਲੱਗੇਗਾ ਉਹਨੂੰ ਖੜੇ ਹੋਣ ਵਾਸਤੇ ਇੱਕ ਪਰਿਵਾਰ ਦਾ ਨੌਜਵਾਨ ਬੱਚਾ 35-36 ਸਾਲ ਦਾ ਚਲਾ ਜਾਣਾ ਛੋਟੀ ਜਿਹੀ ਗੱਲ ਨਹੀਂ ਹੈ ਉਹਨੂੰ ਸਹਾਰਨਾ ਬੜਾ ਔਖਾ, ਸਹਿ ਕਰਨਾ ਬੜਾ ਔਖਾ।
ਨਹੀਂ ਆਪਾਂ ਐਸ ਵੀ ਤੋਂ ਨਿਕਲ ਕੇ ਨਾ ਐਸ ਕੋਲ ਹੋ ਕੇ ਨਾਲ ਹੀ ਉੱਪਰ ਪਹੁੰਚੇ ਆ ਇਸ ਦੇ ਪਾਸ ਨਾ ਉਹ ਗੱਡੀ ਗੱਡੀਆਂ ਨਾ ਲੱਗ ਬਾਕੀ ਨਾ ਬਾਕੀ ਕੁਝ ਮੇਰੀ ਗੱਲ ਗੱਡੀਆਂ ਅੰਦਰ ਨਾ ਉਹਨਾਂ ਦਾ ਰਾਤ ਹੀ ਬੜਾ ਗਿਆ ਮਤਲਬ पायलट गड्डी कैप्टन कवलजीत सिंह पायलट गड्डियाँ कितने गई 5 किलोमीटर यार ये ना अपना नाम की होटल की बैक साइड था वो की बैक साइड था जब उस रोड पे आ जाते घूमन स्टेट है जो मर्जी बोला घूमन स्टेट वैसे तो मना किया उन्होंने जाके देख मना किया करके तो ऐसे ही करके भी तो मामा ने चाहिए तो अरे मेरे राजे पता है
ਗੋਲੀਆਂ ਲਾ ਕੇ ਅਸੀਂ ਨਵਾਵਾਂਗੇ ਤੱਕਾਂਗੇ ਸੋ ਜੋ ਜਿਹੜੇ ਸਿੰਘ ਜਥੇਬੰਦੀਆਂ ਸੀ ਉਹ ਬੜੀ ਕੰਮ ਕਰਦਾ ਸੀ ਮੈਨੂੰ ਸਾਡੀ ਜਥੇਬੰਦੀ 35 ਸਾਲ ਲੱਗ ਗਏ ਆਪਾਂ ਹੀ ਮੋੜ ਨਹੀਂ ਪਾਇਆ ਕਿ ਆਪਣੇ ਲੋਕਾਂ ਦੀ ਮਦਦ ਕਰ ਸਕਦੇ ਕਿ ਗੱਲਬਾਤ ਦੀਪ ਦੇ ਨਾਲ ਮੇਰਾ ਪੰਜਾਬ ਦੀ ਸੀ ਬਾਂਬੇ ਸੀ ਮੇਰਾ ਅਕਸਰ ਫੋਨ ਦੇ ਉੱਪਰ ਮੈਨੂੰ ਸਿੱਖ ਹਿਸਟਰੀ ਦੇ ਬਾਰੇ ਸਿੱਖ ਫਿਲਾਸਫੀ ਦੇ ਬਾਰੇ ਜਾਂ ਫਿਰ ਬੇਸਿਕਲੀ ਉਹਦਾ ਬੜਾ ਇੰਟਰਸਟ ਹੁੰਦਾ ਸੀਗਾ ਕਿ ਮਿਸ ਇੰਟਰਪ੍ਰੀਟੇਸ਼ਨ ਆਫ ਸਿੱਖ ਸਕ੍ਰਿਪਚਰ ਜਿਹੜੀ ਹੈ ਇਤਿਹਾਸ ਨੂੰ ਖਤਮ ਕਿਵੇਂ ਕੀਤਾ ਜਾਂਦਾ, ਜਿਹੜੀਆਂ ਘੱਟ ਗਿਣਤੀ ਕੌਮਤਾਂ ਹੁੰਦੀਆਂ ਇਹਨਾਂ ਦਾ ਜੀਨੋਸਾਈਡ ਕਿਵੇਂ ਹੁੰਦਾ, ਉਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਇੰਟਰਸਟ ਸੀਗਾ। ਤਾਂ ਅਕਸਰ ਉਹ ਬੰਬੇ ਤੋਂ ਉਦੋਂ ਮੇਰੇ ਨਾਲ ਜੁੜ ਗਿਆ ਜਦੋਂ ਮੇਰੇ ਨਾਲ ਫੋਨ ਦੇ ਉੱਪਰ ਇਵੇਂ ਦੇ ਸਵਾਲ ਪੁੱਛਦਾ ਹੁੰਦਾ ਸੀ ਇਤਿਹਾਸ ਦੇ ਉੱਪਰ। ਉਸ ਤੋਂ ਬਾਅਦ ਜਲਦੀ ਹੀ ਜਿਹੜਾ ਸੀਗਾ ਇਹ ਫਾਰਮਰ ਸਟਰਗਲ ਸ਼ੁਰੂ ਹੋ ਗਿਆ। ਕਿਸਾਨ ਸੰਘਰਸ਼ ਦੇ ਸਮੇਂ ਤੋਂ ਇੱਥੇ ਆਇਆ ਪਹਿਲਾ ਪ੍ਰੋਗਰਾਮ ਜਦੋਂ ਕੀਤਾ ਤਾਂ ਉਦੋਂ ਮੈਨੂੰ ਇਸ ਵਾਰ ਕਹਿੰਦਾ ਕਿ ਮੈਂ ਡਾਕਟਰ ਸਾਹਿਬ ਪੰਜਾਬ ਆਇਆ, ਤੁਸੀਂ ਮੈਨੂੰ ਮਿਲੋ। ਤਾਂ ਫਿਰ ਤਾਂ ਇੱਕ ਵੱਡੇ ਛੋਟੇ ਭਰਾਵਾਂ ਵਰਗਾ ਪਿਆਰ ਸੀ ਉਹਦੇ ਨਾਲ। ਤਕਰੀਬਨ ਰੋਜ਼ ਫੋਨ 'ਤੇ ਗੱਲ, ਹਰ ਗੱਲ ਦੀ ਸਲਾਹ ਕਰਨੀ, ਹਰ ਗੱਲ ਪੁੱਛਣੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੁਦਰਤੀ ਜਿਹੜਾ ਪਰਮਾਤਮਾ ਨੇ ਗੁਣ ਦਿੱਤਾ ਹੁੰਦਾ ਨਾ, ਜਿਵੇਂ ਤੁਸੀਂ ਰੱਬੀ ਰਹਿਮਤ ਕਹਿੰਦੇ ਹੋ, ਉਹਦੇ 'ਚ ਇਵੇਂ ਦਾ ਸੀਗਾ ਕਿ ਅਸੀਂ ਬਤੌਰ ਸਪੀਕਰ ਸਾਡੀ ਜਦੋਂ ਅਸੀਂ ਗੁਰਮਤਿ ਟ੍ਰੇਨਿੰਗ ਕੈਂਪ ਜਾਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਰੇਂਜ ਕਰਦੇ ਹਾਂ ਤਾਂ ਸਾਡੀ ਕਿਤੇ ਨਾ ਕਿਤੇ ਜਿਹੜੀ ਸੋਚ ਇਹ ਹੁੰਦੀ ਹੈ ਕਿ ਅਸੀਂ ਚੰਗੇ ਬੁਲਾਰੇ ਤਿਆਰ ਕਰੀਏ, ਪਰ ਉਹਦੇ ਬਾਵਜੂਦ ਵੀ ਅਸੀਂ ਉਸ ਪੱਧਰ ਦੇ ਬੁਲਾਰੇ ਤਿਆਰ ਨਹੀਂ ਕਰ ਪਾਉਂਦੇ ਕਿਉਂਕਿ ਬੁਲਾਰਾ ਹੋਣਾ ਵੀ ਇੱਕ ਕੁਦਰਤੀ ਗੁਣ ਵੀ ਹੁੰਦਾ ਹੈ ਨਾ, ਇੱਕ ਚੰਗਾ ਓਰੇਟਰ ਹੋਣਾ। ਪਰ ਦੀਪ ਦੇ ਵਿੱਚ ਕੁਦਰਤ ਨੇ ਇਹ ਗੁਣ ਜਿਹੜਾ ਇਵੇਂ ਦਾ ਬਖਸ਼ਿਆ ਸੀਗਾ ਕਿ ਦੀਪ ਜਿਹੜੀ ਵੀ ਗੱਲ ਨੂੰ ਸੁਣਦਾ ਸੀ ਉਹਨੂੰ ਜਦੋਂ ਉਹਦੀ ਜਿਹੜੀ ਕਹਿ ਸਕਦੇ ਹੋ ਕਿ ਜਿਹੜੀ ਡਿਲੀਵਰੀ ਸੀ ਉਸ ਗੱਲ ਦੀ ਜਾਂ ਜਿਹੜੀ ਉਹਦੀ ਕਨਵਿੰਸਿੰਗ ਪਾਵਰ ਸੀ ਉਹ ਇੰਨੀ ਜ਼ਿਆਦਾ ਸਟਰੋਂਗ ਸੀ ਕਿ ਹਰ ਨੌਜਵਾਨ ਜਿਹੜਾ ਸੀ ਉਹਦੀ ਗੱਲ ਨੂੰ ਸੁਣ ਕੇ ਪ੍ਰਭਾਵਿਤ ਹੁੰਦਾ ਸੀ। ਇੱਕ ਐਸਾ ਯੋਧਾ ਜੋ ਪੰਜਾਬ ਦੇ ਨੌਜਵਾਨਾਂ ਦੇ ਲਈ ਲੜਿਆ, ਅੱਜ ਉਹ ਇਸ ਤਰ੍ਹਾਂ ਮਤਲਬ ਉਹ ਇਸ ਤਰ੍ਹਾਂ ਦੀ ਮੌਤ ਆਈ ਹੈ, ਉਸਨੂੰ ਕਿਵੇਂ? ਦੇਖੋ, ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਵਰਤਾਰੇ ਵਾਪਰੇ ਨੇ ਕਿ ਜਿਹੜੇ ਵੀ ਲੋਕ ਜਿਨ੍ਹਾਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਨੌਜਵਾਨਾਂ ਦੀ ਨੈਤਿਕ ਚੇਤਨਤਾ ਹੈ ਜਾਂ ਫਿਰ ਪੰਜਾਬ ਦੇ ਚਾਹੇ ਫੈਡਰਲ ਸਟਰਕਚਰ ਦੀ ਗੱਲ ਹੋਵੇ ਜਾਂ ਫਿਰ ਏਸ਼ੀਅਨ ਰੀਜਨ ਦੇ ਵਿੱਚ ਜਿੰਨੀ ਵੀ ਪੋਲਰਾਈਜੇਸ਼ਨ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦਾ ਭਵਿੱਖ ਕੀ ਹੋਵੇਗਾ ਜਾਂ ਅੱਜ ਨੌਜਵਾਨ ਦੀ ਭੂਮਿਕਾ ਕੀ ਹੋਵੇਗੀ, ਜਿਸ ਤਰ੍ਹਾਂ ਦੇ ਮੁੱਦਿਆਂ ਨੇ ਦੀਪ ਨੂੰ ਨੌਜਵਾਨਾਂ ਨੂੰ ਸਹਿਜੀ ਜ਼ਬਾਨ ਦੇ ਵਿੱਚ ਲੈ ਆਂਦਾ। ਮੇਰੇ ਖਿਆਲ ਦੇ ਨਾਲ ਜਿਹੜੇ ਇਵੇਂ ਦੀਆਂ ਸ਼ਖਸੀਅਤਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੋਈਆਂ ਨੇ, ਜਦੋਂ ਕਿਤੇ ਉਹਨਾਂ ਦੇ ਨਾਲ ਇਵੇਂ ਦੀ ਅਚਨਚੇਤ ਦੀ ਘਟਨਾ ਜਾਂ ਵਰਤਾਰਾ ਵਾਪਰਿਆ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਗੱਲ ਸਿੱਧੀ ਹੁੰਦੀ ਹੈ ਕਿ ਜਿਹੜਾ ਬੰਦਾ ਸਟੇਟ ਦੀਆਂ ਨੀਤੀਆਂ ਦੇ ਖਿਲਾਫ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਮਾਨਸਿਕ ਚੇਤਨਤਾ ਪ੍ਰਗਟ ਕਰਦਾ ਹੈ, ਕਿਤੇ ਉਸ ਦੇ ਐਕਸੀਡੈਂਟ ਦੇ ਪਿੱਛੇ ਕੋਈ ਕੌਨਸੀਕੁਐਂਸੀ ਨਾ ਹੋਵੇ। ਕੁਦਰਤੀ ਹਰ ਬੰਦੇ ਦੇ ਮਨ 'ਚ ਗੱਲ
ਜਨਮ ਲੈਂਦੀ ਹੈ। ਪਰ ਫਿਰ ਵੀ ਜਿੰਨਾ ਚਿਰ ਜਾਂਚ ਨਹੀਂ ਹੁੰਦੀ, ਜਿੰਨਾ ਚਿਰ ਕੋਈ ਗੱਲ ਸਾਹਮਣੇ ਨਹੀਂ ਆਉਂਦੀ, ਬਿਨਾਂ ਸਬੂਤ ਤੋਂ ਕਿਸੇ ਗੱਲ ਨੂੰ ਕਿਹਾ ਨਹੀਂ ਜਾ ਸਕਦਾ। ਪਰ ਇਹ ਗੱਲ ਠੀਕ ਹੈ ਕਿ ਸਾਰੇ ਲੋਕਾਂ ਦੇ ਮਨ 'ਚ ਇਹ ਗੱਲ ਆਉਂਦੀ ਜ਼ਰੂਰ ਹੈ, ਪਰ ਇਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਹੀ ਅੰਤਮ ਸੱਚ ਹੈ, ਕਿਉਂਕਿ ਮੌਕੇ ਦਾ ਜਿਹੜਾ ਗਵਾਹ ਹੈ ਉਹ ਤਾਂ ਕੋਈ ਸੱਚ ਦੱਸ ਸਕਦਾ ਹੈ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਉਸ ਨੇ ਜੀਓ ਪੋਲਿਟਿਕਸ ਦੀ ਗੱਲ ਹੋ ਗਈ, ਫੈਡਰਲ ਸਟਰਕਚਰ ਦੀ ਗੱਲ ਹੋ ਗਈ, ਜਿੰਨੇ ਸੌਖੇ ਸ਼ਬਦਾਂ ਵਿੱਚ ਉਸਨੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਉਸਨੂੰ ਸ਼ਾਇਦ ਕੁਦਰਤ ਨੇ ਕਲਾ ਬਖਸ਼ੀ ਹੈ। ਕਿਸਾਨੀ ਅੰਦੋਲਨ ਦੌਰਾਨ ਵੀ ਵੱਡਾ ਰੋਲ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੰਨੀਆਂ ਵੀ ਕਿਸਾਨ ਯੂਨੀਅਨਸ ਨੇ ਇਹ ਪਹਿਲਾਂ ਵੀ ਬਹੁਤ ਸਾਰੇ ਮੋਰਚੇ ਜਾਂ ਬਹੁਤ ਸਾਰੇ ਸੰਘਰਸ਼ ਕਰਦੀਆਂ ਰਹੀਆਂ ਨੇ, ਪਰ ਇਸ ਸਮੇਂ ਇਸ ਤਰ੍ਹਾਂ ਹੋਇਆ ਕਿ ਜਿਸ ਤਰ੍ਹਾਂ ਪੰਜਾਬ ਦੀ ਚੰਗੇ ਸੱਭਿਆਚਾਰ ਨਾਲ ਜੁੜਿਆ ਹੋਇਆ ਜਦੋਂ ਗਾਇਕ ਵਰਗ ਸਾਹਮਣੇ ਆਇਆ, ਤਾਂ ਉਸ ਵਰਗ ਦੇ ਵਿੱਚ ਦੀਪ ਸਿੱਧੂ ਇੱਕ ਇਵੇਂ ਦੀ ਸ਼ਖਸੀਅਤ ਸੀ ਕਿ ਜਿੱਥੇ ਬਾਕੀ ਗਾਇਕ ਵੀ ਠੀਕ ਹੈ, ਉਹਨਾਂ ਦਾ ਕਿਸੇ ਯੋਗਦਾਨ ਤੁਸੀਂ ਘੱਟ ਕਰਕੇ ਨਹੀਂ ਵੇਖ ਸਕਦੇ, ਜਿੱਥੇ ਉਹਨਾਂ ਨੇ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ, ਉੱਥੇ ਦੀਪ ਜਿਹੜਾ ਸੀ ਨਾ ਉਹ ਇਸ ਸਾਰੇ ਮੁੱਦੇ ਨੂੰ ਉਹਨਾਂ ਤੋਂ ਅਗਾਂਹ ਜਾ ਕੇ ਵੇਖ ਰਿਹਾ ਸੀ। ਇਹਦੀ ਖੂਬਸੂਰਤੀ ਇਹ ਸੀ ਇਹਦੀ ਗੱਲ ਦੀ ਕਿ ਉਹ ਕੇਵਲ ਇੱਥੋਂ ਤੱਕ ਸੀ ਕਿ ਕਾਨੂੰਨ ਵਾਪਸ ਹੋ ਜਾਣ ਤਾਂ ਅਸੀਂ ਇਹਦੇ ਵਿੱਚ ਸਾਡੀ ਜਿੱਤ ਹੈ। ਦੀਪ ਦੀ ਸੋਚ ਇਹ ਸੀ ਕਿ ਜਿਹੜੇ ਇਹ ਕਾਨੂੰਨ ਨੇ ਹੈ ਨਾ, ਜਿਹੜੇ ਐਂਟੀ ਫਾਰਮਰ ਜਿਹੜੇ ਲਾਜ਼ ਨੇ, ਕਿ ਤੁਸੀਂ ਸਰਕਾਰ ਇਹਨਾਂ ਨੂੰ ਰਿਪੀਲ ਵੀ ਕਰ ਦਿੰਦੀ ਹੈ, ਜੋ ਮਰਜ਼ੀ ਕਰ ਦਿੰਦੀ ਹੈ, ਪਰ ਫਿਰ ਵੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਉਹ ਖਤਮ ਨਹੀਂ ਹੋਣਗੀਆਂ। ਇੱਕ ਤਰ੍ਹਾਂ ਦਾ ਸਟੇਟਸ ਕੋ ਹੋ ਜਾਏਗਾ ਕਿ ਉਹਨਾਂ ਨੇ ਆਪੇ ਲਾਗੂ ਕੀਤੇ, ਆਪੇ ਖਤਮ ਕਰ ਦਿੱਤੇ। ਪਰ ਚਾਹੇ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ, ਪੰਜਾਬ ਦੇ ਵਿੱਚੋਂ ਪ੍ਰਵਾਸ ਹੋ ਰਹੀ ਹੈ, ਯੂਥ ਬਾਹਰ ਜਾ ਰਿਹਾ ਹੈ, ਅਕੈਡਮਿਕ ਲੈਵਲ ਦੇ ਉੱਪਰ ਸਾਡਾ ਜਿਹੜਾ ਨਿਗਾਰ ਹੁੰਦਾ ਜਾ ਰਿਹਾ, ਯੂਥ ਦੇ ਕੋਲ ਇੱਥੇ ਕੋਈ ਇੰਪਲੋਇਮੈਂਟ ਨਹੀਂ ਹੈਗੀ। ਦੀਪ ਜਿਹੜੀਆਂ ਪੰਜਾਬ ਦੀਆਂ ਇਹਨਾਂ ਸਮੱਸਿਆਵਾਂ ਨੂੰ ਬਹੁਤ ਦੂਰ ਜਾ ਕੇ ਵੇਖਦਾ ਸੀ, ਜਿਸ ਕਰਕੇ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ। ਇੱਕ ਸੱਚ ਦੇ ਰਾਹ 'ਤੇ ਲੜਦਾ ਸੀ, ਸੱਚ ਲਈ ਲੜਦਾ ਸੀ, ਸੱਚ ਦੇ ਨਾਲ ਖੜਾ ਸੀ। ਇਸ ਦੌਰਾਨ ਉਸਨੂੰ ਕਈ ਜਿਹੜੇ ਉਸ 'ਤੇ ਆਰੋਪ ਵੀ ਲੱਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਸ਼ਖਸੀਅਤ, ਮੈਂ ਸਿਰਫ ਜੇ ਪੰਜਾਬ ਦੀ ਨਾਂ ਗੱਲ ਕਰਾਂ ਤਾਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਜਦੋਂ ਤੁਸੀਂ ਐਸਟੈਬਲਿਸ਼ਮੈਂਟ ਦੇ ਖਿਲਾਫ ਵੱਧ ਕੇ ਲੜਦੇ ਹੋ ਤਾਂ ਕੁਦਰਤੀ ਲੋਕਾਂ ਦੇ ਕੋਲ ਇੱਕੋ ਹੀ ਫਿਰ ਜਿਹੜੀ ਤੁਹਾਡੇ ਵਿਰੋਧੀ ਹੁੰਦੀ ਉਹ ਹੁੰਦਾ ਕਿ ਏਜੰਸੀਆਂ ਦਾ ਬੰਦਾ, RSS ਦਾ ਬੰਦਾ, ਭਾਜਪਾ ਦਾ ਬੰਦਾ, ਸਟਰਗਲ ਖਰਾਬ ਕਰਨ ਵਾਸਤੇ ਆ ਸਟੇਟ ਦੇ ਵੱਲੋਂ ਭੇਜਿਆ ਗਿਆ। ਪਰ ਫਿਰ ਵੀ ਮੈਂ ਕਹਿੰਦਾ ਕੁਛ ਵਰਤਾਰੇ ਕੁਦਰਤੀ ਹੁੰਦੇ ਨੇ ਕਿ ਜਿਹੜੇ ਲੋਕ ਇਹ ਕਿਹਾ ਕਰਦੇ ਸੀ ਕਿ ਦੀਪ ਸਿੱਧੂ ਭਾਜਪਾ ਦਾ ਬੰਦਾ, ਉਹ ਅੱਜ ਸਾਰੇ ਭਾਜਪਾ ਦੇ ਵਿੱਚ ਚਲੇ ਗਏ। ਅਤੇ ਦੀਪ ਸਿੱਧੂ ਦਾ ਅੱਜ ਵੀ ਆਪਣੇ ਅੰਤਮ ਸਾਸਾਂ ਤੱਕ ਉਸੇ ਗੱਲ 'ਤੇ ਖੜਾ ਸੀ ਕਿ ਪੰਜਾਬ ਦੀ ਜਿਹੜੀ ਹੋਂਦ ਹੈ ਜਿਹੜੀ ਉਹਦੇ ਵਾਸਤੇ ਸੀ। ਦੀਪ ਸਿੱਧੂ ਇੱਕ ਕਲਾਕਾਰ ਸੀ, ਪੰਜਾਬ ਦਾ ਮੰਨਿਆ ਚਿਹਰਾ ਸੀ, ਇੰਡਸਟਰੀ ਦਾ ਜਿਹੜਾ ਮੰਨਿਆ ਚਿਹਰਾ ਸੀ। ਸਿਕਿਉਰਿਟੀ ਨਹੀਂ ਰੱਖਦਾ ਸੀ ਆਪਣੀ, ਕਿਉਂ? ਨਹੀਂ, ਕਦੀ ਨਹੀਂ। ਈਵਨ ਮੈਂ ਕਈ ਵਾਰੀ ਉਹਨੂੰ ਕਹਿ ਵੀ ਦੇਣਾ ਦੀਪ ਤੂੰ ਮੇਰੇ ਆਉਣਾ, ਤੈਨੂੰ ਨਾਲ ਇੱਕ ਦੋ ਜਾਣੇ ਤੇ ਚਾਹੀਦੇ। ਉਹਨੇ ਕਹਿਣਾ ਕਿ ਸਾਰੇ ਖਾਤਰ ਮੈਨੂੰ ਕਿਸੇ ਤੋਂ ਕੀ ਖਤਰਾ। ਮੇਰਾ ਪਿੰਡ ਉੱਥੋਂ ਬਹੁਤ ਦੂਰ ਹੈ ਅਤੇ ਇੱਕ ਦਿਨ ਮੈਂ 2 ਵਾਰੀ ਫੋਨ ਨਹੀਂ ਚੁੱਕਿਆ ਅਤੇ ਲੁਧਿਆਣੇ ਤੋਂ ਮੇਰਾ ਅੰਮ੍ਰਿਤਸਰ ਤੋਂ ਵੀ ਇੱਕ ਸਾਈਡ 'ਤੇ ਪਿੰਡ ਹੈ, ਬਿਲਕੁਲ ਪੇਂਡੂ ਇਲਾਕੇ ਦੇ ਵਿੱਚ। ਅਤੇ ਰਾਤ ਨੂੰ ਮੈਂ 2 ਵਾਰੀ ਫੋਨ ਨਹੀਂ ਚੁੱਕਿਆ। ਉਹਨੇ ਸੋਚਿਆ ਪਤਾ ਨਹੀਂ ਡਾਕਟਰ ਸਾਹਿਬ ਫੋਨ ਕਿਉਂ ਨਹੀਂ ਚੁੱਕ ਸਕਦੇ, ਇੱਕ ਜਾਣੇ ਨੂੰ ਨਾਲ ਰਿਹਾ ਅਤੇ ਰਾਤ ਨੂੰ 2:30 ਵਜੇ ਮੇਰੇ ਘਰ ਤੁਸੀਂ ਮੇਰਾ ਫੋਨ ਨਹੀਂ ਚੁੱਕਿਆ, ਕੀ ਗੱਲ ਤੁਸੀਂ ਠੀਕ ਠਾਕ ਤੇ ਹੋ? ਉਹ ਇਸ ਤਰ੍ਹਾਂ ਦਾ ਸੀ। ਇਹ ਜਿਹੜਾ ਬੀਤੀ ਰਾਤ ਮੰਦਭਾਗਾ ਭਾਣਾ ਵਰਤਿਆ ਹੈ, ਇਹ ਕਿੰਨੇ ਕੁ ਵਜੇ ਦੇ ਕਰੀਬ ਹੋਇਆ ਸੀ? ਪਤਾ ਕਿੰਨੇ ਵਜੇ ਘਰਦਿਆਂ ਨੂੰ ਲੱਗਿਆ ਸੀ? ਮੈਨੂੰ ਸੱਚੀ ਐਗਜ਼ੈਕਟਲੀ ਮੈਨੂੰ ਉਸ ਟਾਈਮ ਦਾ ਪਤਾ ਨਹੀਂ ਹੈ। ਮੈਨੂੰ ਤੇ ਹਰਪ੍ਰੀਤ ਸਿੰਘ ਦੇਵਗਨ ਦਾ ਫੋਨ ਆਇਆ ਕਿ ਦੀਪ ਬਾਈ ਚਲਾ ਗਿਆ, ਅਤੇ ਮੈਂ ਉਹਨੂੰ ਸੀਰੀਅਸਲੀ ਨਹੀਂ ਲਿਆ ਦੀਪ ਬਾਈ ਚਲਾ ਗਿਆ, ਕਿਉਂਕਿ ਸਵੇਰੇ ਮੇਰੀ ਦੀਪ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਦੀਪ ਹੁਣ ਤੂੰ ਬਹੁਤ ਜ਼ਿਆਦਾ ਇੱਥੇ ਗਰਮ ਬੋਲ ਲਿਆ, ਹੁਣ ਬੰਬੇ ਜਾ ਕੇ ਆਪਣਾ ਫਿਲਮਾਂ ਦਾ ਕੰਮ ਕਰ ਅਤੇ ਤੂੰ ਬੰਬੇ ਚਲਾ ਜਾ। ਮੈਂ ਸੋਚਿਆ ਮੈਨੂੰ ਹਰਪ੍ਰੀਤ ਕਹਿ ਰਿਹਾ ਕਿ ਦੀਪ ਬਾਈ ਬੰਬੇ ਚਲਾ ਗਿਆ। ਮੈਂ ਕਿਹਾ ਚੱਲ ਵਧੀਆ ਹੋਇਆ। ਕਹਿੰਦਾ ਨਹੀਂ ਬਾਈ ਵਧੀਆ ਨਹੀਂ ਹੋਇਆ, ਐਕਸੀਡੈਂਟ ਹੋਇਆ, ਦੀਪ ਬਾਈ ਸਾਡੇ ਤੋਂ ਚਲਾ ਗਿਆ। ਉਸ ਵੇਲੇ ਤੁਹਾਡਾ ਕੀ ਰਿਐਕਸ਼ਨ ਸੀਗਾ? ਇੱਕ ਵੱਡੇ ਅਨਐਕਸਪੈਕਟਿਡ ਖਬਰ ਜਿਹੜੀ ਮਿਲੀ। ਮੈਨੂੰ ਸਾਰੇ ਕਹਿੰਦੇ ਕਈ ਲੋਕ ਕਹਿੰਦੇ ਨੇ ਇਹਦੇ 'ਚ ਇਨਸਾਨੀਅਤ ਨਹੀਂ ਹੈਗੀ, ਇਹਦੇ ਘਰ 'ਚ ਵੀ ਮੌਤ ਹੋਈ, ਮੇਰੇ ਫਾਦਰ ਸਾਹਿਬ ਦੀ ਡੈਥ ਹੋਈ, ਅੱਜ ਤੱਕ ਨਹੀਂ ਹੁੰਦੀ। ਪਰ ਕੱਲ੍ਹ ਮੈਨੂੰ ਇੰਝ ਮਹਿਸੂਸ ਹੋਇਆ ਕਿ ਸੱਚੀ ਤਰਬੀਅਤ ਹੋਈ। ਕੱਲ੍ਹ ਮੇਰੀ ਅੱਖਾਂ 'ਚ ਕਿਉਂਕਿ ਮੇਰੇ ਨਾਲ ਇੰਨਾ ਬਹੁਤ ਛੋਟੇ ਭਰਾਵਾਂ ਵਾਂਗੂ ਮਤਲਬ ਕਿ ਲੋਕ ਕਹਿੰਦੇ ਕਿ ਅਸੀਂ ਉਹਦੇ ਵਿਚਾਰਧਾਰਕ ਵਿਰੋਧੀ ਸੀ, ਪਰ ਉਹਦੇ ਸਾਨੂੰ ਬਹੁਤ ਦਾ ਦੁੱਖ। ਮੈਂ ਸੋਚਦਾ ਮੈਂ ਉਹਦਾ ਸਭ ਤੋਂ ਵੱਡਾ ਵਿਰੋਧੀ ਸੀ। ਮੈਂ ਉਹਦੇ ਨਾਲ ਬਹੁਤ ਲੜ ਲੈਂਦਾ ਸੀ ਫੋਨ ਦੇ ਉੱਪਰ ਵੀ, ਬੈਠਾ ਹੀ ਮੈਂ ਕਿਹੜੀ ਲੜ ਲੈਣਾ। ਉਹਦੇ ਮਨ 'ਚ ਕੁਛ ਨਹੀਂ ਸੀ, ਕੁਛ ਨਹੀਂ ਸੀ। ਇੰਨੀ ਕੁ ਜਿਹੀ ਉਮਰ ਦੇ ਵਿੱਚ ਬੇਮੌਤ ਹੈ, ਬੇਵਕਤੀ ਮੌਤ ਹੈ ਜਿਹੜਾ ਗਿਆ ਇਹ ਦੇਖ ਸਕਦੇ ਨਾ ਪੂਰਾ ਹੋਣ ਵਾਲਾ ਘੱਟ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਸਨੇ ਨਰੇਟਿਵ ਸੈੱਟ ਕੀਤਾ ਚੱਲਦਾ ਰਹੂਗਾ, ਹੋਰ ਨੌਜਵਾਨ ਜਿਹੜੇ ਉਸ ਰਾਹ 'ਤੇ ਤੁਰਦੇ ਰਹਿਣਗੇ। ਪੰਜਾਬ ਦੀ ਹੋਂਦ ਦੇ ਵਾਸਤੇ ਇੱਕ ਕਹਿੰਦੇ ਕਿ ਜਿਹੜੀ ਜੰਗ ਹੈ ਉਹ ਜਾਰੀ ਰਹੂਗੀ। ਪਰ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਕੁਛ ਖਾਸ ਸ਼ਖਸੀਅਤਾਂ ਹੀ ਉਹਨਾਂ ਨੂੰ ਡਿਲੀਵਰ ਕਰ ਸਕਦੀਆਂ ਨੇ। ਸੋ ਸਾਡੇ ਕੋਲ ਉਹਦੇ ਬੋਲ ਤਾਂ ਬੇਸ਼ੱਕ ਸੋਸ਼ਲ ਮੀਡੀਆ 'ਚ ਬੋਲਦੇ ਰਹਿਣਗੇ, ਪਰ ਉਹਦੀ ਜ਼ੁਬਾਨ ਤੋਂ ਨਵੀਂ ਗੱਲ ਖਾਮੋਸ਼ ਹੋਈ। ਪੰਜਾਬ ਨੂੰ ਨੌਜਵਾਨ ਤਾਂ ਬਥੇਰੇ ਮਿਲ ਜਾਣਗੇ, ਪਰ ਦੀਪ ਸਿੱਧੂ ਨਹੀਂ।
ਸੋ ਇਹ ਦੀਪ ਸਿੱਧੂ ਦੇ ਭਰਾ ਸਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਨਾਮ ਅੱਖਾਂ ਦੇ ਨਾਲ। ਉਹਨਾਂ ਨੇ ਦੀਪ ਸਿੱਧੂ ਦੇ ਨਾਲ ਜੁੜੀਆਂ ਕਈ ਗੱਲਾਂ ਦੱਸੀਆਂ ਨੇ ਕਿ ਸਿਕਿਉਰਿਟੀ ਵੀ ਦੀਪ ਸਿੱਧੂ ਆਪਣੇ ਨਾਲ ਨਹੀਂ ਰੱਖਦਾ ਸੀ ਕਿ ਕੋਈ ਆਮ ਬੰਦਾ ਬਣ ਕੇ ਰਹਿ ਰਿਹਾ ਸੀ। ਉਹਨੂੰ ਲੱਗਦਾ ਸੀ ਕਿ ਸਾਰੇ ਮੇਰੇ ਆਪਣੇ ਹੈ। ਸੋ ਇਹ ਘਰ ਦੀਆਂ ਤਸਵੀਰਾਂ ਨੇ ਇਸ ਵੇਲੇ ਜਿੱਥੇ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ, ਦੋਸਤ ਪਹੁੰਚੇ ਹੋਏ ਨੇ। ਦੀਪ ਸਿੱਧੂ ਦੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਗੰਭੀਰ ਹੈ। ਦੀਪ ਸਿੱਧੂ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਦਿੱਤਾ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਜਲਦੀ ਇਸ ਦੁਨੀਆ ਨੂੰ ਅਲਵਿਦਾ ਕੇ ਚਲਾ ਜਾਵੇਗਾ। ਅਸੀਂ ਮੰਨਦੇ ਹਾਂ ਚਾਹੇ ਲੋਕ ਗੁਜ਼ਾਰ ਜਾਣ, ਅਸੀਂ ਸਾਡੇ ਲਈ ਉਹਦਾ ਰਹੂਗਾ ਬਸ। 6-7 ਕਿਲੋਮੀਟਰ ਦਾ ਪਿੰਡ ਆ ਰਾਜੂਗਾ। ਪਿੰਡ 'ਚ ਕੋਈ ਬੰਦਾ ਇਹਨੂੰ ਬੰਦਾ ਹੈ ਜਿਹੜਾ ਯਾਰ ਆਪਦੇ ਸਾਰੇ ਭਾਈਆਂ ਦਾ ਰਹਿਣਾ ਵੀ ਸਹੁਰੇ ਹੀ ਨੇ ਆਪਦੇ। कर दे सेंड। थोड़ा सेंड करो जी। खड़े हुए नहीं इंतजार किया जा रहा है कि कदों उन्होंने